ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਦਾਸ ਨੇ ਇੱਕ ਵਿਸ਼ਾ ਮਹਾਂਪੁਰਖਾਂ ਦੇ ਨਿਰਮੋਲਕ ਵਚਨ ਇਹ ਸਾਂਝਾ ਕੀਤਾ ਸੀਗਾ। ਇਸ ਦੇ ਵਿੱਚ ਮਹਾਂਪੁਰਖਾਂ ਦੇ ਆਪਣੇ ਜੀਵਨ ਦੇ ਪ੍ਰੈਕਟੀਕਲ ਜੀਵਨ ਦੇ ਅਨੁਭਵ ਇਹਨਾਂ ਦੇ ਵਿੱਚ ਦਰਜ ਕੀਤੇ ਸੀਗੇ। ਸੋ ਖਾਸ ਕਰਕੇ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਆਪਣੇ ਜੀਵਨ ਦੇ ਜਿਹੜੇ ਨਿੱਜੀ ਅਨੁਭਵ ਆ ਨਾ, ਇਹ ਨਿੱਜੀ ਅਨੁਭਵ ਇਸ ਮਹਾਂਪੁਰਖਾਂ ਦੇ ਨਿਰਮੋਲਕ ਜੋ ਪ੍ਰਸੰਗ ਹੈਗਾ ਇਹਦੇ ਵਿੱਚ ਦਾਸ ਨੇ ਸਾਂਝੇ ਕੀਤੇ ਹੈ। ਸੋ ਅੱਜ ਦਾਸ ਉਹਨਾਂ ਦਾ ਜਿਹੜੀ ਅਗਲੀ ਪ੍ਰਸੰਗ ਕਥਾ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜੋ ਪਹਿਲਾ ਬਚਨ ਹੈ ਨਾ ਭਾਈ ਸਾਹਿਬ ਜੀ ਦਾ ਹੈਗਾ, ਉਹ ਇਹ ਹੈਗਾ ਕਿ ਕੋਈ ਵੀ ਮਨੁੱਖ ਅਗਰ ਇਕੱਲਾ ਕਿਸੇ ਕੋ ਸੰਗਤ ਦੇ ਅੰਦਰ ਫਸ ਜਾਵੇ, ਕਹਿੰਦੇ ਉਹ ਇਕੱਲਾ ਮਨੁੱਖ ਸੰਗਤ ਦੇ ਵਿੱਚੋਂ ਅਗਰ ਆਪਣੇ ਆਪ ਨੂੰ ਬਾਹਰ ਕੱਢਣਾ ਚਾਹਵੇ ਉਹਦੇ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ, ਬੜਾ ਪਚੀਦਾ ਹੋ ਜਾਂਦਾ ਹੈਗਾ। ਇਸ ਕਰਕੇ ਇਸ ਸੰਗਤ ਦੇ ਵਿੱਚੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਵਾਹਿਗੁਰੂ ਦੀ ਅਰਦਾਸ ਦਾ ਸਹਾਰਾ ਜਿਹੜਾ ਹੈ ਨਾ ਉਸ ਪ੍ਰਾਣੀ ਵਾਸਤੇ ਅਤਿ ਜ਼ਰੂਰੀ ਆ। ਅਤੇ ਜਦੋਂ ਉਹ ਵਾਹਿਗੁਰੂ ਦੀ ਅਰਦਾਸ ਦਾ ਸਹਾਰਾ ਲਊਗਾ ਫਿਰ ਹੀ ਉਹ ਸੰਗਤ ਦੇ ਵਿੱਚੋਂ ਨਿਕਲ ਸਕਦਾ ਹੈ, ਇਸ ਚਿੱਕੜ ਦੇ ਵਿੱਚੋਂ ਆਪਣੇ ਆਪ ਨੂੰ ਬਚਾ ਕੇ ਆਪਣੀ ਰੱਖਿਆ ਕਰ ਸਕਦਾ ਹੈਗਾ। ਸੋ ਅਗਲਾ ਜੋ ਬਚਨ ਭਾਈ ਸਾਹਿਬ ਹੁਣਾਂ ਦਾ ਹੈਗਾ ਉਹ ਇਹ ਹੈ ਕਿ ਵਾਹਿਗੁਰੂ ਜੀ ਦਾ ਜਿਹੜਾ ਪ੍ਰੇਮ ਹੈ ਨਾ ਇਹ ਮਿਹਰ ਦੇ ਨਾਲ ਮਿਲਦਾ ਹੈਗਾ, ਪਰ ਇਹ ਪ੍ਰੇਮ ਦਾ ਮਿਹਰ ਦਾ ਵਸੀਲਾ ਉਹ ਕਿਵੇਂ ਬਣਦਾ ਹੈ? ਉਹ ਬਣਦੀ ਹੈ ਸਾਧੂ ਦੀ ਸੰਗਤ। ਅਗਰ ਕੋਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰੇ ਤਾਂ ਉਸ ਸੰਗਤ ਦੇ ਵਿੱਚੋਂ ਜਿਹੜੇ ਮਿਲੇ ਉਪਦੇਸ਼ ਵਾ ਨਾ ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਵੇ ਤਾਂ ਫਿਰ ਇਹ ਜਿਹੜੇ ਕਮਾਏ ਹੋਏ ਉਪਦੇਸ਼ ਹੈਗੇ ਇਹ ਵਾਹਿਗੁਰੂ ਜੀ ਦੀ ਮਿਹਰ ਦੇ ਪਾਤਰ ਬਣਦੇ ਆ। ਅਤੇ ਇਹ ਫਿਰ ਜਿਹੜੀ ਮਿਹਰ ਹੈਗੀ ਆ ਇਹ ਉਸ ਜਗਿਆਸੂ ਦੇ ਅੰਦਰ ਪ੍ਰੇਮ ਦਾ ਖੇੜਾ, ਪ੍ਰੇਮ ਦਾ ਆਨੰਦ ਪੈਦਾ ਕਰਦੀ ਹੈਗੀ ਹੈ। ਸੋ ਅਗਲਾ ਜੋ ਬਚਨ ਮਹਾਂਪੁਰਖਾਂ ਦਾ ਹੈਗਾ ਉਹ ਇਹ ਹੈ ਕਿ ਵਾਹਿਗੁਰੂ ਦੇ ਨਾਲ ਜਿਸ ਵੀ ਪ੍ਰਾਣੀ ਨੇ ਜੁੜਨਾ ਹੈ ਨਾ ਉਹਨੂੰ ਸਾਰੇ ਵਸੀਲੇ ਕਰਨੇ ਪੈਣੇ ਆ। ਉਹਨੂੰ ਨਾਮ ਵੀ ਜਪਣਾ ਪੈਣਾ, ਗੁਰਬਾਣੀ ਵੀ ਪੜ੍ਹਨੀ ਪੈਣੀ ਆ, ਗੁਰਬਾਣੀ ਵਿਚਾਰਨੀ ਵੀ ਪੈਣੀ ਹੈ, ਕੀਰਤਨ ਵੀ ਸਰਵਣ ਕਰਨਾ ਪੈਣਾ ਹੈਗਾ, ਗੁਰੂ ਘਰ ਜਾ ਕੇ ਸੇਵਾ ਵੀ ਕਰਨੀ ਹੈ। ਸੰਸਾਰ ਦੇ ਸਾਰੇ ਮਨੁੱਖ ਜਾਤੀਆਂ ਪ੍ਰਾਣੀਆਂ ਦੀ ਜੋ ਧਰਮ ਦੇ ਅੰਦਰ ਉਹਨਾਂ ਦੇ ਨਾਲ ਸੰਬੰਧਾਂ ਦੀ ਸੇਵਾ ਹੈ ਨਾ ਇਹ ਵੀ ਕਰਨੀ ਪੈਣੀ ਆ। ਭਾਵ ਕੀ ਹੈ ਕਿ ਆਪ ਸੰਸਾਰ ਦੇ ਵਿੱਚੋਂ ਨਿਰਲੇਪ ਹੋ ਕੇ ਆਪ ਪਰਉਪਕਾਰੀ ਕੰਮ ਸਾਰੇ ਜੀਵਨ ਦੇ ਵਿੱਚ ਕਰਨੇ ਹਾਂ, ਤਾਂ ਜੋ ਇਹ ਪਰਉਪਕਾਰੀ ਕੰਮ ਜਿਹੜੇ ਹੈ ਨਾ ਸਮਾਂ ਪਾ ਕੇ ਇੱਕ ਐਸਾ ਫਲ ਬਣ ਜਿਹੜਾ ਫਲ ਹੈ ਨਾ ਵਾਹਿਗੁਰੂ ਜੀ ਦੀ ਮਿਹਰ ਦੀ ਬਖਸ਼ਿਸ਼ ਨਾਲ ਉਸ ਜਗਿਆਸੂ ਦੇ ਝੋਲੀ ਦੇ ਵਿੱਚ ਪੈ ਜਾਵੇ। ਸੋ ਝੋਲੀ ਦੇ ਵਿੱਚ ਪਿਆ ਇਹ ਮਿਹਰ ਰੂਪੀ ਜਿਹੜਾ ਫਲ ਹੈ ਨਾ ਇਹ ਸਾਰਿਆਂ ਵਸੀਲਿਆਂ ਦਾ ਇੱਕ ਨਤੀਜਾ ਹੁੰਦਾ ਹੈਗਾ। ਸੋ ਅਗਲਾ ਜਿਹੜਾ ਹੈ ਨਾ ਭਾਈ ਸਾਹਿਬ ਹੁਣਾਂ ਦਾ ਵਿਚਾਰ ਹੈ ਉਹ ਕੀ ਹੈ ਕਿ ਮਾਲਾ ਦੋ ਪ੍ਰਕਾਰ ਦੀਆਂ ਹੁੰਦੀਆਂ। ਇੱਕ ਮਾਲਾ ਜਿਹੜੀ ਵਾਰਮੁਖੀ ਜਿਹੜੀ ਮਣਕਾਂ ਦੀ ਹੁੰਦੀ ਹੈ, ਦੂਸਰੀ ਮਾਲਾ ਜਿਹੜੀ ਉਹ ਅੰਤਰਮੁਖੀ ਹੁੰਦੀ ਹੈ। ਸੋ ਬਾਹਰ ਦੀ ਮਾਲਾ ਨੂੰ ਜਦੋਂ ਅਸੀਂ ਅੰਤਰਮੁਖੀ ਮਾਲਾ ਦੇ ਵਿੱਚ ਲੈ ਕੇ ਜਾਣਾ ਹੈ ਉਹ ਕਿਵੇਂ ਹੈ ਕਿ ਜਿਹੜਾ ਨਾਮ ਹੈ ਨਾ ਨਾਮ ਰੂਪੀ ਮਣਕਾ ਜਦੋਂ ਜਗਿਆਸੂ ਨੇ ਆਪਣੇ ਸੁਰਤ ਰੂਪੀ ਧਾਗੇ ਦੇ ਵਿੱਚ ਪਰੋਣਾ ਹੈ ਨਾ, ਅਤੇ ਜਦੋਂ ਸੁਰਤ ਰੂਪੀ ਧਾਗੇ ਦੇ ਵਿੱਚ ਨਾਮ ਰੂਪੀ ਮਣਕਾ ਪਰੋਇਆ ਜਾਂਦਾ ਹੈਗਾ ਫਿਰ ਇੱਕ ਇਹ ਮਾਲਾ ਤਿਆਰ ਹੁੰਦੀ ਆ। ਫਿਰ ਇਹ ਮਾਲਾ ਜਿਹੜੀ ਹੈ ਨਾ ਸਵਾਸਾਂ ਦੇ ਸਿਮਰਨ ਦੇ ਨਾਲ ਚੱਲਦੀ ਹੈਗੀ ਆ, ਅਤੇ ਜਿਉਂ-ਜਿਉਂ ਸਵਾਸਾਂ ਦੇ ਸਿਮਰਨ ਦੇ ਨਾਲ ਇਹ ਮਾਲਾ ਚੱਲਦੀ ਆ ਹੌਲੀ ਹੌਲੀ ਮਾਲਾ ਜਿਹੜੀ ਹੈਗੀ ਇਹ ਸਵਾਸਾਂ ਤੋਂ ਗਰਾਸਾਂ ਤੱਕ ਲੈ ਜਾਂਦੀ ਆ ਅਤੇ ਸਮਾਂ ਪਾ ਕੇ ਇਹੋ ਹੀ ਮਾਲਾ ਵਾਹਿਗੁਰੂ ਦੇ ਮਿਲਾਪ ਦਾ ਕਾਰਨ ਬਣਦੀ ਹੈਗੀ ਹੈ। ਸੋ ਅੱਗੇ ਕੀ ਮਹਾਂਪੁਰਖਾਂ ਦੇ ਵਚਨ ਵਾ ਕਿ ਜਿਹੜੇ ਮਨਮੁਖ ਪ੍ਰਾਣੀ ਇਸ ਸੰਸਾਰ ਦੇ ਅੰਦਰ ਵਾ ਅਤੇ ਜਿਹੜੇ ਗੁਰੂ ਤੋਂ ਟੁੱਟੇ ਆਏ ਉਹ ਆਪਣਾ ਸਾਰਾ ਜਪ ਤਪ ਗਵਾ ਕੇ ਸੰਸਾਰ ਦੇ ਸਾਰੇ ਦੁੱਖ ਕਲੇਸ਼ ਅਤੇ ਬਿਮਾਰੀਆਂ ਨੂੰ ਸਹਿੰਦੇ ਆ, ਇਹਨਾਂ ਦੇ ਸੰਤਾਪ ਨੂੰ ਸਹਿੰਦੇ ਆ। ਪਰ ਕਿਸੇ ਟਾਈਮ ਉਹਨਾਂ ਦੇ ਮਨ ਦਾ ਜਿਹੜਾ ਇਹ ਸਹਿਣਪਨ ਵਾ ਹੈ ਨਾ ਇਹ ਇੰਨਾ ਕਮਜ਼ੋਰ ਹੋ ਜਾਂਦਾ, ਇੰਨਾ ਟੁੱਟ ਜਾਂਦਾ ਹੈ ਨਾ। ਅਗਰ ਉਸ ਟਾਈਮ ਇਹ ਮਨਮੁਖ ਪ੍ਰਾਣੀ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਸੱਚੇ ਦਿਲੋਂ ਰੱਖ ਲਓ ਦੀ ਦਹਾਈ ਪਾਉਣ
ਕਹਿੰਦੇ ਉਹ ਫਿਰ ਜਿਹੜੇ ਹੈ ਨਾ ਪਰਮੇਸ਼ਰ ਦੀ ਜੋ ਸ਼ਕਤੀ ਹੈਗੀ ਆ ਅਕਾਲ ਪੁਰਖ ਫਿਰ ਇਹਨਾਂ ਦੇ ਔਗਣ ਨਹੀਂ ਚਤਾਰਦਾ, ਇਹਨਾਂ ਨੂੰ ਸਾਰਿਆਂ ਨੂੰ ਬਖਸ਼ ਦਿੰਦੀ ਹੈ ਉਹ ਸ਼ਕਤੀ। ਜਦੋਂ ਸ਼ਕਤੀ ਬਖਸ਼ਦੀ ਹੈ ਨਾ ਫਿਰ ਇਹਨਾਂ ਦੇ ਸਾਰੇ ਦੁੱਖ ਕਲੇਸ਼ ਕੱਟ ਕੇ ਫਿਰ ਇਹਨਾਂ ਨੂੰ ਆਪਣੇ ਨਾਮ ਰੂਪੀ ਜਿਹੜਾ ਰਤਨ ਹੈਗੇ ਹਨ ਉਹਨਾਂ ਦੇ ਨਾਲ ਜੋੜਦੀ ਹੈਗੀ ਆ। ਸੋ ਅੱਗੇ ਜੋ ਵਿਚਾਰ ਮਹਾਂਪੁਰਖਾਂ ਦੇ ਹੈ ਉਹ ਇਹ ਹੈ ਕਿ ਵਾਹਿਗੁਰੂ ਦੀ ਜਿਹੜੀ ਲਖਤਾ ਹੈ ਨਾ ਕਹਿੰਦੇ ਇਹ ਸਿਆਣਪ ਦੇ ਨਾਲ ਨਹੀਂ ਹੁੰਦੀ ਹੈਗੀ ਆ। ਕਿਉਂ? ਸਿਆਣਪ ਦੇ ਵਿੱਚ ਹੋਂ ਹੁੰਦੀ ਆ। ਹੋਂ ਅਸਲ ਦੇ ਵਿੱਚ ਆਤਮਾ ਤੇ ਪਰਮਾਤਮਾ ਵਿੱਚ ਪੜਦਾ ਹੈਗਾ। ਇਹ ਪੜਦਾ ਜਿਹੜਾ ਹੈ ਨਾ ਜੀਵ ਆਤਮਾ ਤੇ ਪਰਮਾਤਮਾ ਨੂੰ ਦੂਰ ਬਣਾਉਣ ਰੱਖਣ ਦੇ ਵਿੱਚ ਹੈ ਨਾ ਆਪਣਾ ਪੂਰਾ ਯੋਗਦਾਨ ਦਿੰਦਾ ਹੈਗਾ। ਇਹ ਜਿਹੜਾ ਹਉਮੈ ਦਾ ਪੜਦਾ ਹੈਗਾ, ਇਸ ਕਰਕੇ ਸ਼ਬਦ ਦੀ ਕਮਾਈ ਹੀ ਹਉਮੈ ਦੇ ਪੜਦੇ ਨੂੰ ਜਿਹੜੀ ਹੈਗੀ ਆ ਇਹ ਪਿੱਛੇ ਹਟਾਉਂਦੀ ਆ, ਉਹਨੂੰ ਪਾੜਦੀ ਆ, ਇਸ ਰੁਕਾਵਟ ਨੂੰ ਦੂਰ ਕਰਦੀ ਆ ਤੇ ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ ਕਰਾਉਂਦੀ ਆ। ਅਗਲਾ ਜੋ ਵਚਨ ਮਹਾਂਪੁਰਖਾਂ ਦਾ ਹੈਗਾ ਉਹ ਕੀ ਹੈ ਕਿ ਅਸਲ ਦੇ ਵਿੱਚ ਜਿਹੜੀ ਹੈ ਨਾ ਵਾਹਿਗੁਰੂ ਦੀ ਸ਼ਰਨ ਹੈਗੀ ਆ ਜਾਂ ਵਾਹਿਗੁਰੂ ਦੀ ਸ਼ਰਨ ਵਿੱਚ ਜਾਣਾ ਇਹ ਭਗਤੀ ਦਾ ਮੂਲ ਸਾਧਨ ਮੰਨਿਆ ਜਾਂਦਾ ਹੈਗਾ। ਕਿਉਂ? ਸ਼ਰਨ ਇਹ ਉਹ ਪ੍ਰਾਣੀ ਦਾ ਆਪਣਾ ਨਿਆਸਰਾਪਨ ਹੁੰਦਾ ਹੈਗਾ, ਜਿਸ ਨਿਆਸਰੇ ਦੇ ਵਿੱਚ ਉਹ ਵਾਹਿਗੁਰੂ ਜੀ ਦੇ ਅੱਗੇ ਢਹਿ ਪੈਂਦਾ ਹੈਗਾ। ਇਹ ਜਿਹੜਾ ਢਹਿ ਪੈਣਾ ਹੈ ਨਾ ਇਹ ਅਸਲ ਦੇ ਵਿੱਚ ਸ਼ਰਨ ਕਹਾਉਂਦਾ ਹੈਗਾ। ਜਦੋਂ ਪ੍ਰਾਣੀ ਬਿਲਕੁਲ ਨਿਆਸਰਾ ਹੋ ਕੇ ਉਸ ਪਰਮੇਸ਼ਰ ਦੇ ਅੱਗੇ ਢਹਿ ਪਿਆ, ਉਹਦੇ ਅੱਗੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਹਵਾਲੇ ਕਰ ਦਿੱਤਾ ਹੈਗਾ। ਸੋ ਜੋ ਅਗਲਾ ਬਚਨ ਮਹਾਂਪੁਰਖਾਂ ਦਾ ਹੈ ਉਹ ਕੀ ਆ? ਕਹਿੰਦੇ ਵੀ ਅਰਦਾਸ ਕਰਨੀ ਸਾਡਾ ਧਰਮ ਹੈਗਾ, ਪਰ ਮਿਹਰ ਕਰਨੀ ਹੈ ਨਾ ਇਹ ਵਾਹਿਗੁਰੂ ਜੀ ਦਾ ਬਿਰਧ ਹੈ, ਇਹ ਮੁੱਢ ਕਦੀਮੀ ਸੁਭਾਅ ਹੈਗਾ। ਸੋ ਅਰਦਾਸ ਜਿਹੜੀ ਹੈ ਨਾ ਇਹ ਕਰਨੀ ਸਾਡਾ ਧਰਮ ਆ, ਸਾਡਾ ਹੱਕ ਆ। ਅੱਤ ਲੜਿੰਦਾ ਜਿਹੜਾ ਹੈ ਨਾ ਜੋ ਕਾਰਜ ਹੈ ਗੁਰਸਿੱਖ ਦਾ ਉਹ ਅਰਦਾਸ ਦੁਆਰਾ ਹੀ ਸੰਪੂਰਨ ਹੁੰਦਾ ਹੈਗਾ। ਬਾਕੀ ਜਿਹੜੀ ਹੈ ਨਾ ਮਿਹਰ ਹੈਗੀ ਆ ਉਹ ਵਾਹਿਗੁਰੂ ਜੀ ਦੀ ਆਪਣਾ ਬਿਰਧ ਹੈ, ਉਹਦੀ ਆਪਣੀ ਮੌਜ ਆ, ਉਹਦਾ ਆਪਣਾ ਧਰਮ ਹੁੰਦਾ ਹੈਗਾ। ਸੋ ਜੋ ਅਗਲਾ ਬਚਨ ਮਹਾਂਪੁਰਖਾਂ ਦਾ ਉਹ ਕੀ ਹੈ ਕਿ ਜਿਹੜਾ ਪ੍ਰੇਮਹੀਨ ਗਿਆਨ ਵਾ ਨਾ ਇਹ ਖੁਸ਼ਕ ਵਸਤੂ ਹੁੰਦੀ ਹੈਗੀ ਆ। ਪ੍ਰੇਮ ਤੋਂ ਸਖਣਾ ਗਿਆਨ ਹਮੇਸ਼ਾ ਖੁਸ਼ਕ ਹੁੰਦਾ ਹੈ। ਇਸ ਕਰਕੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਗਿਆਨ ਇਹ ਹੀ ਪਰਮੇਸ਼ਰ ਨੂੰ ਪਾਉਂਦਾ ਹੈਗਾ। ਇਸ ਕਰਕੇ ਪ੍ਰੇਮ ਜਿਹੜਾ ਹੈ ਨਾ ਇਹ ਅਤ ਜ਼ਰੂਰੀ ਆ, ਪਰ ਪ੍ਰੇਮ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਮਿਲਦਾ ਤੇ ਬਖਸ਼ਿਸ਼ ਉਹਨੂੰ ਹੀ ਮਿਲਦੀ ਹੈ ਜਿਹੜੇ ਇਸ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਆ। ਸੋ ਅਗਲੀ ਜੋ ਵਿਚਾਰ ਮਹਾਂਪੁਰਖਾਂ ਦੀ ਆ ਉਹ ਕੀ ਹੈ ਕਿ ਕਦੀ ਵੀ ਆਪਣੇ ਆਪ ਨੂੰ ਆਪਣੀ ਦੇਹ ਜਾਂ ਆਪਣੀਆਂ ਜਿਹੜੀਆਂ ਹਨ ਇੰਦਰੀਆਂ ਹੈਗੀਆਂ ਇਹਦੇ ਉੱਤੇ ਸਵਾਰ ਨਾ ਹੋਣ ਦਿਓ। ਭਾਵ ਕਿ ਜਿਹੜੀਆਂ ਇੰਦਰੀਆਂ ਹੈ ਦੇਹ ਹੈ ਇਹ ਜਗਿਆਸੂ ਨੇ, ਉਸ ਮਹਾਂਪੁਰਖਾਂ ਨੇ, ਉਸ ਆਤਮ ਮਾਰਗ ਦੇ ਪਾਂਧੀ ਨੇ ਆਪਣੇ ਹੱਥ ਦੇ ਵਿੱਚ ਲੈ ਕੇ ਇਸ ਇੰਦਰੀਆਂ ਦੀਆਂ ਲਗਾਮਾਂ ਨੂੰ ਇਹਨਾਂ ਦੇ ਉੱਤੇ ਆਪਣੇ ਆਪ ਨੂੰ ਮਾਲਕ ਬਣ ਕੇ ਇਹਨਾਂ ਨੂੰ ਚਲਾਉਣਾ ਹੈਗਾ। ਅਗਰ ਉਹਨੂੰ ਇਹਨਾਂ ਇੰਦਰੀਆਂ ਨੂੰ ਚਲਾਉਣ ਦਾ ਬਾਲ ਆ ਜਾਏਗਾ ਫਿਰ ਉਹ ਜਿਹੜਾ ਜਗਿਆਸੂ ਆ ਜਾਂ ਮਹਾਤਮਾ ਹੈ ਇਉਂ ਕਹਿ ਲਓ ਕਿ ਉਹਨੇ ਆਪਣਾ ਉਹ ਜਿਹੜਾ ਕਠਿਨ ਮਾਰਗ ਵਾ ਨਾ ਉਹ ਸਰ ਕਰ ਲਿਆ ਹੈਗਾ। ਜਿਹੜਾ ਮਾਰਗ ਜਿਹੜਾ ਹੈ ਨਾ ਇਹ ਤਿੰਨੋਂ ਗੁਣੀ ਜਿਹੜੀ ਮਾਇਆ ਹੈਗੀ ਆ ਇਹ ਤਿੰਨੋਂ ਗੁਣੀ ਮਾਇਆ ਉਸ ਮਾਰਗ ਨੂੰ ਜਾਂ ਉਸ ਰਸਤੇ ਨੂੰ ਰੋਕ ਲਾਉਣ ਦੇ ਵਿੱਚ ਆਪਣਾ ਪੂਰਾ ਜ਼ੋਰ ਲਾਉਂਦੀ ਹੈਗੀ ਹੈ। ਸੋ ਅਗਲਾ ਵਚਨ ਮਹਾਂਪੁਰਖਾਂ ਦਾ ਹੈਗਾ ਕਿ ਨਾਮ ਜਪਣ ਵਾਲੇ ਦੇ ਅੰਦਰ ਇੱਕ ਐਸੀ ਹੈ ਨਾ ਪੱਕੀ ਟੇਕ ਬਣ ਜਾਂਦੀ ਹੈਗੀ ਆ। ਇਹ ਟੇਕ ਸਾਈਂ ਦੇ ਨਾਲ ਅਭੇਦਤਾ ਪ੍ਰਦਾਨ ਕਰਦੀ ਆ। ਔਰ ਜਦੋਂ ਵੀ ਕੋਈ ਮੁਸ਼ਕਲ ਆ ਜਾਂਦੀ ਆ, ਕੋਈ ਲੋੜ, ਕੋਈ ਗਰਜ ਹੋ ਜਾਂਦੀ ਹੈ ਨਾ ਤੇ ਜਿਹੜੇ ਨਾਮ ਅਭਿਆਸੀ ਆ ਕਿਸੇ ਵੀ ਮੁਸ਼ਕਲ ਦਾ ਹੱਲ ਨਾਮ ਦੀ ਟੇਕ ਦੇ ਵਿੱਚ ਨਾਮ ਦੇ ਨਾਲ ਜੁੜ ਕੇ ਹੀ ਕੱਢਦੇ ਆ। ਤੇ ਜਿਹੜਾ ਹੱਲ ਨਾਮ ਦੇ ਨਾਲ ਜੁੜ ਕੇ ਕੱਢਿਆ ਜਾਂਦਾ ਹੈਗਾ ਉਹ ਹੱਲ ਸਦੀਵੀ ਹੁੰਦਾ, ਪੂਰਾ ਹੁੰਦਾ ਹੈਗਾ, ਸੁਤੰਤਰ ਹੁੰਦਾ ਹੈਗਾ। ਭਾਵ ਕੀ ਆ ਉਹ ਕੱਢਿਆ ਹੋਇਆ ਹੱਲ ਇਸ ਨਾਮ ਦੀ ਟੇਕ ਦੇ ਵਿੱਚੋਂ ਅਸਲ ਦੇ ਵਿੱਚ ਉਹ ਹੱਲ ਜਿਹੜਾ ਹੈ ਨਾ ਹਰੇਕ ਦੇ ਵਾਸਤੇ ਸੰਤੁਸ਼ਟੀ ਪੈਦਾ ਕਰਦਾ ਹੈਗਾ। ਸੋ ਜੋ ਅਗਲਾ ਬਚਨ ਮਹਾਂਪੁਰਖਾਂ ਦਾ ਹੈ ਉਹ ਇਹ ਹੈਗਾ ਕਿ ਜੋ ਵੀ ਕੁਛ ਵਾਹਿਗੁਰੂ ਨੂੰ ਕਹਿਣਾ ਹੈ ਨਾ ਆਪਣੇ ਮਨ ਦੀ ਵੇਦਨਾ, ਮਨ ਦੀ ਤੜਫ, ਮਨ ਦਾ ਦੁੱਖ
ਉਹ ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਨੂੰ ਕਹਿਣਾ ਹੈਗਾ। ਕਿਸੇ ਸਧਾਰਨ ਪ੍ਰਾਣੀ ਦੇ ਨਾਲ ਆਪਣੇ ਮਨ ਦਾ ਦੁਖੜਾ ਜਿਹੜਾ ਹੈ ਨਾ ਉਹ ਪਿੱਟਣਾ ਜਾਂ ਉਹ ਕਹਿਣਾ, ਉਹ ਵਿਅਰਥ ਸਮਾਂ ਗਵਾਉਣਾ ਹੈਗਾ। ਕਿਉਂਕਿ ਸੰਸਾਰੀ ਪ੍ਰਾਣੀ ਕਿਸੇ ਦੇ ਦੁਖੜੇ ਨੂੰ, ਕਿਸੇ ਦੀ ਵੇਦਨਾ ਨੂੰ ਕਦੀ ਵੀ ਜਿਹੜਾ ਹੈ ਨਾ ਸਹਾਰਾ ਨਹੀਂ ਦੇ ਸਕਦੇ। ਸੋ ਸਹਾਰਾ ਦੇਣ ਵਾਸਤੇ ਵਾਹਿਗੁਰੂ ਦੀ ਤਾਕਤ ਹੀ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਹੈ। ਇਸ ਕਰਕੇ ਸਮਰੱਥ ਦੇ ਅੱਗੇ ਆਪਣੇ ਮਨ ਦੀ ਵੇਦਨਾ ਜਿਹੜੀ ਰੱਖਣੀ ਆ, ਦੁੱਖ ਦਰਦ ਰੱਖਣੇ, ਇਹ ਸਭ ਤੋਂ ਉੱਤਮ ਹੁੰਦਾ ਹੈਗਾ। ਸੋ ਅਗਲੀ ਜੋ ਵਿਚਾਰ ਮਹਾਂਪੁਰਖਾਂ ਦੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਕਿ ਜਿਹੜਾ ਨਾਮ ਸ਼ਬਦ ਵਾ ਹੈ ਨਾ, ਨਾਮ ਸ਼ਬਦ ਕੇਵਲ ਉਚਾਰਨ ਮਾਤਰ ਨਹੀਂ ਹੁੰਦਾ ਹੈਗਾ, ਸਗੋਂ ਇਹ ਜਿਹੜਾ ਉਚਾਰਨ ਆ ਇੱਕ ਪ੍ਰੇਮ ਆ, ਇੱਕ ਪ੍ਰਤੀਤ ਹੈਗੀ ਆ, ਇੱਕ ਸ਼ਰਧਾ ਹੈਗੀ ਆ, ਇੱਕ ਗਹਿਰਾ ਸੰਬੰਧ ਹੈਗਾ। ਲੇਕਿਨ ਇਹ ਜਿਹੜਾ ਗਹਿਰਾ ਸੰਬੰਧ ਵਾ ਨਾ ਜੋ ਉਚਾਰਨ ਰੂਪ ਦਾ, ਇਹ ਉਹ ਕੜੀ ਹੈ ਜਿਹੜੀ ਨਾਮੀ ਨੂੰ ਨਾਮ ਦੇ ਨਾਲ ਮਿਲਾ ਦਿੰਦੀ ਹੈ। ਸੋ ਅਗਲੀ ਵਿਚਾਰ ਜੋ ਮਹਾਂਪੁਰਖਾਂ ਦੀ ਆ ਉਹ ਇਸ ਤਰ੍ਹਾਂ ਹੈ ਕਿ ਜਿਹੜੀ ਵਡਿਆਈ ਪਰਮੇਸ਼ਰ ਇਸ ਜਗਿਆਸੂ ਨੂੰ ਦਿੰਦਾ ਹੈਗਾ, ਇਸ ਵਡਿਆਈ ਨੂੰ ਆਪਣੀ ਵਡਿਆਈ ਕਦੀ ਨਾ ਸਮਝੋ। ਇਹ ਵਡਿਆਈ ਪਰਮੇਸ਼ਰ ਦੀ ਦਾਤ ਹੋਣ ਕਰਕੇ ਇਹ ਵਡਿਆਈ ਪਰਮੇਸ਼ਰ ਦੀ ਦਾਤ ਹੀ ਮੰਨਣੀ ਚਾਹੀਦੀ ਹੈਗੀ ਆ। ਜਦੋਂ ਅਸੀਂ ਇਹ ਵਡਿਆਈ ਪਰਮੇਸ਼ਰ ਦੀ ਦਾਤ ਮੰਨਾਂਗੇ ਤਾਂ ਫਿਰ ਅਸੀਂ ਜਿਹੜੇ ਸਾਡੀ ਹਉਮੈ ਆ, ਇਸ ਹਉਮੈ ਦੀ ਬਿਮਾਰੀ ਤੋਂ ਅਸੀਂ ਸਦਾ ਵਾਸਤੇ ਹੈ ਨਾ ਬਚੇ ਰਹਾਂਗੇ। ਸੋ ਅਗਲੀ ਜਿਹੜੀ ਵਿਚਾਰ ਹੈ ਨਾ ਮਹਾਂਪੁਰਖਾਂ ਦੀ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜੇ ਪ੍ਰਾਣੀ ਨਾਮ ਦੇ ਵਿੱਚ ਲਿਵ ਜੋੜਦੇ ਆ, ਜਦੋਂ ਉਹ ਨਾਮ ਦੇ ਵਿੱਚ ਲਿਵ ਜੋੜਦੀ ਆ ਤੇ ਇਹ ਲਿਵ ਜਿਹੜੀ ਹੈ ਨਾ ਇਹ ਸਿਮਰਨ ਦੇ ਨਾਲ ਲੱਗਦੀ ਹੈਗੀ ਆ। ਕਿਉਂ ਸਿਮਰਨ ਜਿਹੜਾ ਹੈ ਨਾ ਇੱਕ ਨਾਮ ਦੇ ਲਿਵ ਜੋੜਨ ਦੇ ਵਿੱਚ ਐਸਾ ਸਹਾਇਕ ਹੋ ਜਾਂਦਾ ਹੈਗਾ। ਇਹ ਜਿਹੜਾ ਸਹਾਇਕ ਹੈ ਨਾ ਹੋਣਾ, ਇਹਦੇ ਨਾਲ ਕੀ ਹੁੰਦਾ ਹੈਗਾ ਕਿ ਨਾਮ ਸਿਮਰਨ ਦੇ ਨਾਲ ਨਾਮ ਮਿੱਠਾ ਲੱਗਦਾ ਹੈਗਾ। ਜਦੋਂ ਨਾਮ ਮਿੱਠਾ ਲੱਗਦਾ ਹੈਗਾ ਤੇ ਮਿਠਾਸ ਨਾਮ ਦੇ ਨਾਲ ਲਿਵ ਪੈਦਾ ਕਰਦੀ ਆ ਤੇ ਇਹ ਜਿਹੜੀ ਲਿਵ ਵਾ ਨਾ ਇਹ ਵਾਹਿਗੁਰੂ ਦੇ ਦਰ ਤੇ ਕਬੂਲ ਹੁੰਦੀ ਆ। ਇਹ ਇੱਕ ਪ੍ਰੇਮ ਦੀ ਸ਼ਕਲ ਦੇ ਵਿੱਚ ਉਸ ਜੀਵ ਆਤਮਾ ਤੇ ਪਰਮਾਤਮਾ ਦੇ ਵਿੱਚ ਗਲਵਕੜੀ ਦਾ ਕਾਰਜ ਕਰਦੀ ਹੈਗੀ ਆ। ਸੋ ਅੱਗੇ ਜੋ ਮਹਾਂਪੁਰਖਾਂ ਦੇ ਬਚਨ ਆ ਉਹ ਇਸ ਤਰ੍ਹਾਂ ਹੈਗੇ ਆ ਕਿ ਜਿਹੜੇ ਕੰਮਾਂ ਦੇ ਵਿੱਚ ਸੁਰਤ ਖਿੰਡੀ ਰਹੇ ਉਹ ਕੀਤੇ ਕੰਮ ਵੀ ਜਿਹੜੇ ਹਨ ਪ੍ਰੇਤ ਕਰਮ ਕਹਾ ਦਿੰਦੇ ਆ, ਪਰ ਜਿਹੜੇ ਕੰਮਾਂ ਦੇ ਵਿੱਚ ਸੁਰਤ ਵਾਹਿਗੁਰੂ ਨਾਲ ਜੁੜੀ ਰਹੇ ਇਹ ਕੀਤੇ ਕਰਮ ਜਿਹੜੇ ਹਨ ਇਹ ਦੇਵ ਕਰਮ ਹੁੰਦੇ ਆ। ਸੋ ਸੁਰਤ ਪਰਮੇਸ਼ਰ ਨਾਲ ਜੁੜੀ ਰਹੇ, ਸੁਰਤ ਜੁੜਿਆ ਪਰਮੇਸ਼ਰ ਦੇ ਨਾਲ ਜੀਵ ਆਤਮਾ ਜਿਹੜੇ ਕਾਰਜ ਕਰਦੀ ਹੈ ਇਹ ਕਾਰਜ ਸਰਬੱਤ ਦੇ ਭਲੇ ਵਾਸਤੇ ਹੁੰਦੇ ਆ, ਸਭ ਵਾਸਤੇ ਪਰਉਪਕਾਰੀ ਹੁੰਦੇ ਆ, ਸਭ ਵਾਸਤੇ ਚਾਨਣ ਮਨਾਰਾ ਹੁੰਦੇ ਆ। ਸੋ ਜੋ ਅਗਲਾ ਬਚਨ ਮਹਾਂਪੁਰਖਾਂ ਦਾ ਉਹ ਇਸ ਤਰ੍ਹਾਂ ਹੈਗਾ ਕਿ ਵਾਹਿਗੁਰੂ ਨੂੰ ਮਿਲਣ ਤੋਂ ਬਿਨਾਂ ਕਦੀ ਵੀ ਨਿਰਭੈਤਾ ਜਿਹੜੀ ਹੈਗੀ ਹੈ ਇਹ ਨਹੀਂ ਹੁੰਦੀ ਤੇ ਨਿਰਭੈਤਾ ਤੋਂ ਬਗੈਰ ਕਦੀ ਮੇਲ ਵੀ ਨਹੀਂ ਪਰਮੇਸ਼ਰ ਦਾ ਹੁੰਦਾ। ਭਾਵ ਕੀ ਆ, ਜਿੱਥੇ ਮੇਲ ਆ ਉੱਥੇ ਨਿਰਭੈਤਾ ਹੈ, ਉੱਥੇ ਨਿਰਵੈਰਤਾ ਹੈਗੀ ਆ, ਉੱਥੇ ਪਰਮੇਸ਼ਰ ਦੇ ਸਾਰੇ ਗੁਣ ਆ। ਜਿਵੇਂ ਉਹ ਕਹਿ ਲਓ ਕਿ ਜਦੋਂ ਕੋਈ ਵੀ ਪ੍ਰਾਣੀ ਜਿਹੜਾ ਹੈ ਨਾ ਗਿਆਨ ਰੂਪੀ ਸੂਰਜ ਪਰਮਾਤਮਾ ਦੇ ਨਾਲ ਜੁੜਦਾ ਹੈਗਾ, ਸੋ ਉਹਦੇ ਮਨ ਦੇ ਵਿੱਚ ਇਹ ਨਹੀਂ ਹੁੰਦਾ ਕਿ ਜੋ ਪਰਮਾਤਮਾ ਵਿੱਚ ਹੈ ਉਹ ਮੇਰੇ ਵਿੱਚ ਨਹੀਂ ਤੇ ਜੋ ਮੇਰੇ ਵਿੱਚ ਹੈ ਉਹ ਪਰਮਾਤਮਾ 'ਚ ਨਹੀਂ। ਭਾਵ ਕਿ ਦੋਨੇ ਇੱਕ ਰੂਪ ਹੋ ਜਾਂਦੇ ਆ। ਸੋ ਅਗਲੀ ਜੋ ਵਿਚਾਰ ਮਹਾਂਪੁਰਖਾਂ ਦੀ ਹੈ ਉਹ ਇਹ ਹੈ ਕਿ ਪ੍ਰੇਮ ਜਿਹੜਾ ਹੈ ਨਾ ਲਫ਼ਜ਼ ਆ ਇਹ ਇਕੱਲੀ ਕਥਨੀ ਨਹੀਂ ਹੈਗੀ, ਇਹ ਇੱਕ ਪ੍ਰਤੱਖ ਝਲਕ ਹੈਗੀ ਆ। ਇਹ ਜਿਹੜੀ ਪ੍ਰਤੱਖ ਝਲਕ ਪ੍ਰੇਮ ਦੀ ਹੈ ਨਾ ਇਹ ਉਹ ਹੀ ਜਾਣਦਾ ਹੈਗਾ ਜਿਹੜਾ ਇਸ ਪ੍ਰਤੱਖ ਝਲਕ ਨੂੰ ਮਾਣਦਾ ਹੈਗਾ। ਇਸ ਵਾਸਤੇ ਇਹ ਚੀਜ਼ ਸ਼ਬਦੀ ਨਹੀਂ ਹੈ, ਇਹ ਕੇਵਲ ਅੰਦਰ ਇੱਕ ਮਾਣੀ ਹੋਈ ਹਾਲਤ ਹੀ ਹੁੰਦੀ ਹੈ ਜਿਹੜੀ ਪ੍ਰੇਮ ਦੀ ਪ੍ਰਤੱਖ ਝਲਕ ਹੁੰਦੀ ਹੈ। ਸੋ ਅਗਲਾ ਜੋ ਬਚਨ ਮਹਾਂਪੁਰਖਾਂ ਦਾ ਹੈ ਉਹ ਕੀ ਆ ਕਿ ਜਿਹੜਾ ਨਾਮ ਦਾ ਜਾਪ ਵਾ ਨਾ ਇਹ ਨਾਮ ਦਾ ਜਾਪ ਅਸਲ ਦੇ ਵਿੱਚ ਪਰਮੇਸ਼ਰ ਦਾ ਹਜ਼ੂਰੀ ਵਾਸਾ ਸਾਨੂੰ ਅਨੁਭਵ ਕਰਾਉਂਦਾ ਹੈਗਾ। ਤੇ ਜਦੋਂ ਅਸੀਂ ਵਾਹਿਗੁਰੂ ਦਾ ਹਜ਼ੂਰੀ ਵਾਸਾ ਅਨੁਭਵ ਕਰਦੇ ਹਾਂ ਤੇ ਫਿਰ ਇਹ ਹਜ਼ੂਰੀ ਵਾਸਾ ਸਾਡੇ ਅੰਦਰ ਪਰਮੇਸ਼ਰ ਦਾ ਨਿਰਮਲ ਭੈ ਪੈਦਾ ਕਰਦਾ ਤੇ ਇਹ ਨਿਰਮਲ ਭੈ ਫਿਰ ਸਮਾਂ ਪਾ ਕੇ ਪ੍ਰੇਮ ਰੂਪ ਬਣਦਾ ਹੈਗਾ। ਸੋ ਅਗਲਾ ਜੋ ਬਚਨ ਮਹਾਂਪੁਰਖਾਂ ਦਾ ਹੈਗਾ ਉਹ ਇਸ ਤਰ੍ਹਾਂ ਹੈ ਕਿ ਗੁਰਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹਿਆਂ, ਵਿਚਾਰਿਆਂ ਤੇ ਅਮਲ ਕੀਤਿਆਂ
ਆਪਣੇ ਸਰੀਰ ਦੇ ਵਿੱਚੋਂ ਫਿਰ ਰਤਨ ਪਦਾਰਥ ਲੱਭਦਾ ਹੈਗਾ। ਇਹ ਉਹ ਰਤਨ ਪਦਾਰਥ ਹੈਗਾ ਜਿਹਨੂੰ ਰਿਸ਼ੀ ਮੁਨੀ ਵੱਡੇ ਵੱਡੇ ਜਿਹੜੇ ਦੇਵਤੇ ਆ ਉਹ ਲੱਭਦੇ ਫਿਰਦੇ ਆ, ਜਿਹਨੂੰ ਗੁਰਬਾਣੀ 'ਚ ਆਖਿਆ ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਸੋ ਅਗਲੀ ਵਿਚਾਰ ਜੋ ਮਹਾਂਪੁਰਖਾਂ ਦੀ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਕਦੀ ਨਹੀਂ ਰਹਿ ਸਕਦੀਆਂ, ਇਸੇ ਤਰ੍ਹਾਂ ਸਾਡਾ ਜਿਹੜਾ ਗਿਆਨ ਰੂਪੀ ਹਿਰਦਾ ਹੈਗਾ ਸ਼ੁੱਧ, ਉਹਦੇ ਵਿੱਚ ਦੋ ਚੀਜ਼ਾਂ ਇਕੱਠੀਆਂ ਕਦੀ ਨਹੀਂ ਟਿਕਦੀਆਂ, ਜਾਂ ਨਾਮ ਟਿਕੂਗਾ ਤੇ ਜਾਂ ਹਉਮੈ ਟਿਕੂਗੀ। ਜੇ ਹਉਮੈ ਹੈ ਤੇ ਉੱਥੇ ਨਾਮ ਨਹੀਂ ਹੁੰਦਾ, ਜੇ ਨਾਮ ਆ ਤਾਂ ਫਿਰ ਉੱਥੇ ਹਉਮੈ ਨਹੀਂ ਹੁੰਦੀ। ਸੋ ਜੋ ਅਗਲਾ ਬਚਨ ਮਹਾਂਪੁਰਖਾਂ ਦਾ ਹੈਗਾ ਉਹ ਕੀ ਹੈ ਕਿ ਜਿਹੜੀ ਦਿਵ ਦ੍ਰਿਸ਼ਟੀ ਆ ਨਾ, ਦ੍ਰਿਸ਼ਟੀ ਤੋਂ ਬਿਨਾਂ ਜਿਹੜੀ ਗਿਆਨ ਦੀ ਸਾਰੀ ਕਥਾ ਹੈ ਨਾ, ਇਹ ਗਿਆਨ ਦੀ ਕਥਾ ਦਾ ਜਿਹੜਾ ਅਸਲੀ ਭੇਦ ਆ ਕਦੀ ਸਮਝ ਨਹੀਂ ਹੁੰਦਾ। ਸੋ ਜਿਹੜੀ ਦਿਵ ਦ੍ਰਿਸ਼ਟੀ ਆ ਇਹ ਪਰਮੇਸ਼ਰ ਦੀ ਐਸੀ ਅਮੋਲਕ ਦਾਤ ਆ ਜਿਹੜੀ ਨਾਮ ਅਭਿਆਸੀਆਂ ਨੂੰ ਵਾਹਿਗੁਰੂ ਦੀ ਪ੍ਰਸੰਨਤਾ ਤੋਂ ਪ੍ਰਾਪਤ ਹੋ ਜਾਂਦੀ ਹੈ। ਜਦੋਂ ਦਿਵ ਦ੍ਰਿਸ਼ਟੀ ਵਾਹਿਗੁਰੂ ਜੀ ਦੀ ਪ੍ਰਸੰਨਤਾ ਤੋਂ ਪ੍ਰਾਪਤ ਹੁੰਦੀ ਆ, ਅਸਲ ਦੇ ਵਿੱਚ ਗਿਆਨ ਕਥਾ ਦਾ ਜਿਹੜਾ ਅਸਲ ਭਾਵ ਹੈ ਨਾ ਫਿਰ ਹੀ ਸਮਝ ਦੇ ਵਿੱਚ ਆਉਂਦਾ ਹੈਗਾ। ਸੋ ਅਗਲੀ ਵਿਚਾਰ ਜਿਹੜੀ ਮਹਾਂਪੁਰਖਾਂ ਦੀ ਆ ਉਹ ਇਸ ਤਰ੍ਹਾਂ ਹੈ ਕਿ ਵਾਹਿਗੁਰੂ ਜੀ ਹਰ ਸਮੇਂ ਹਰ ਖੇਣ ਹਰ ਪਲ ਆਪਣੀ ਜੋ ਮਿਹਰ ਦੀ ਵਾਰਖ ਹੈ, ਜੋ ਕਿਰਪਾ ਦਾ ਪਿਆਰ ਹੈਗਾ ਹਰੇਕ ਜੀਵ ਦੇ ਉੱਤੇ ਸਦਾ ਨਿਰੰਤਰ ਜਿਹੜੇ ਉਹ ਕਰਦੇ ਰਹਿੰਦੇ ਹੈ। ਸੋ ਇਹ ਮਿਹਰ ਰੂਪੀ ਕਿਰਪਾ ਦੀ ਵਾਰਿਸ਼ 24 ਘੰਟੇ 8 ਪਹਿਰ ਹਰੇਕ ਪ੍ਰਾਣੀਆਂ ਤੇ ਹੁੰਦੀ ਆ। ਸੋ ਪ੍ਰਾਣੀਆਂ ਨੂੰ ਵੀ ਜਿਹੜੇ ਜਗਿਆਸੂ ਹੈ ਉਹਨਾਂ ਨੂੰ ਵੀ ਪਰਮੇਸ਼ਰ ਦੀ ਯਾਦ ਨੂੰ ਹਰ ਸਮੇਂ ਸੰਭਾਲਣਾ ਚਾਹੀਦਾ ਹੈ, ਹਿਰਦੇ 'ਚ ਇਕੱਠਾ ਕਰਨਾ ਚਾਹੀਦਾ ਹੈ। ਸੋ ਇਹ ਜਿਹੜਾ ਨਾਮ ਸੰਭਾਲਿਆ ਇਕੱਠਾ ਕੀਤਾ, ਅਸਲ ਦੇ ਵਿੱਚ ਇਹ ਜਿਹੜਾ ਨਾਮ ਧਨ ਹਨ ਫਿਰ ਉਹਨਾਂ ਦੇ ਇਸ ਜੀਵਨ ਦਾ ਤੋਸਾ ਬਣ ਜਾਂਦਾ ਹੈਗਾ। ਸੋ ਜੋ ਅਗਲੀ ਵਿਚਾਰ ਮਹਾਂਪੁਰਖਾਂ ਦੀ ਆ ਕਿ ਜਿਹੜਾ ਗ੍ਰਸਤੀ ਆਦਮੀ ਆ, ਗ੍ਰਸਤੀ ਦਾ ਜਿਹੜਾ ਧਰਮ ਆ ਉਹ ਦਾਨ ਲੈਣਾ ਨਹੀਂ ਆ ਸਗੋਂ ਦਾਨ ਦੇਣਾ ਹੈਗਾ। ਪਰ ਹਾਂ ਜਿਹੜੇ ਅਧਿਆਤਮਿਕ ਦਾਨ ਹਨ ਇਹ ਗ੍ਰਸਤੀ ਜਿਹੜੇ ਹੈਗੇ ਇਹ ਵਾਹਿਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਕਰ ਸਕਦਾ ਹੈਗਾ। ਇਹ ਦਾਨ ਕੀ ਹੈ? ਇਹਨੂੰ ਅਸੀਂ ਕਹਿੰਦੇ ਹਾਂ ਜਪ ਤਪ ਤੇ ਸੰਜਮ। ਇਹ ਜਿਹੜੇ ਜਪ ਤਪ ਸੰਜਮ ਦੇ ਦਾਨ ਹੈਗੇ ਆ ਅਭਿਆਸੀ ਸਾਧ ਸੰਗਤ ਤੋਂ ਪ੍ਰਾਪਤ ਕਰਦਾ। ਤੇ ਬਾਕੀ ਜਿਹੜੇ 7 ਦਾਨ ਵਾਜ ਕੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਇਹ ਅਰਦਾਸ ਦੇ ਵਿੱਚੋਂ ਮੰਗਣੇ ਹਰ ਗੁਰਸਿੱਖ ਲਈ ਬਹੁਤ ਲੋੜੀਂਦੇ ਤੇ ਬਹੁਤ ਹੀ ਉਚਿਤ ਹੈਗੇ ਆ। ਸੋ ਅਗਲੀ ਵਿਚਾਰ ਜਿਹੜੀ ਮਹਾਂਪੁਰਖਾਂ ਦੀ ਹੈ ਉਹ ਇਹ ਆ ਕਿ ਵਾਹਿਗੁਰੂ ਦਾ ਸਿਮਰਨ ਜਿਹੜਾ ਹੈ ਨਾ ਇਹ ਪਰਮੇਸ਼ਰ ਦੇ ਨਾਲ ਸਿੱਧਾ ਸੰਬੰਧ ਜੋੜਦਾ ਹੈਗਾ। ਭਾਵ ਕੀ ਹੈ? ਸਿਮਰਨ ਉਹ ਪੋਲਵਾ, ਉਹ ਸੜਕ ਹੈਗੀ ਆ ਜਿਹੜੀ ਇਸ ਆਤਮਾ ਨੂੰ ਉਸ ਪਰਮਾਤਮਾ ਤੱਕ ਲਿਜਾਣ ਦਾ ਇੱਕ ਮਾਰਗ ਹੈਗਾ। ਇਸ ਮਾਰਗ ਦੇ ਵਿੱਚ ਜਦੋਂ ਸੁਰਤ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗ ਕੇ ਤੁਰਦੀ ਆ ਨਾ ਤੇ ਇਹ ਸੁਰਤ ਫਿਰ ਇੱਕ ਦਿਨ ਇਸ ਸਿਮਰਨ ਦੀ ਪੌੜੀ ਦੇ ਉੱਤੇ ਤੁਰਦਿਆਂ ਉਸ ਪਰਮੇਸ਼ਰ ਦੇ ਦਰ ਤੇ ਘਰ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਜਿਸੇ ਦਰ ਤੇ ਘਰ ਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਇਸ ਆਤਮ ਰੂਪੀ ਜੀਵ ਨੂੰ ਸਹਿਜ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੀਆਂ ਹੈਗੀਆਂ ਤੇ ਉਹਦਾ ਲੋਕ ਸੁਖੀਆ ਤੇ ਪਰਲੋਕ ਸਹਿਲਾ ਹੋ ਜਾਂਦਾ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।